नहीं देखो जिहड़ा भी दूजे स्कूल तो आंदा ना, वो कुछ ना कुछ सुन के आंदा है, जां उत्थों फैड अप होंदे ने, किसी भी रीज़न करके हो सकते ने, पढ़ाई करके भी हो सकते ने, उन्हां दे बिहेवियर करके भी हो सकते ने। वो फिर वो एक आस जी लैके आ जांदे ने ते असीं अगे फिर उन्हां नूं कहंदे भी नहीं, साडे जे स्टैंडर्ड दे विच फिट हुंदा बच्चा असीं जरूर रखांगे। ते ਉਹ ਸਕਰੀਨਿੰਗ ਵੀ ਹੁੰਦੀ ਹੈ, ਉਹ ਤੋਂ ਬਾਅਦ ਟੈਸਟ ਵੀ ਹੁੰਦੇ ਨੇ। ਤੇ ਪਰ ਇਹ ਆ ਵੀ ਜਿਹੜੇ ਨਹੀਂ ਅੱਛਾ ਪਰਫਾਰਮ ਕਰਦੇ, ਕਈ ਵਾਰੀ ਉਹਨਾਂ ਨੂੰ ਵੀ ਉਹ ਬੜਾ ਇੱਧਰੋਂ ਉੱਧਰੋਂ ਸਿਫਾਰਿਸ਼ ਵੀ ਆ ਜਾਂਦੀ ਹੈ ਵੀ ਰੱਖ ਲਓ ਜੀ, ਕਈ ਵਾਰੀ ਇਹੋ ਜਿਹਾ ਕਰਨਾ ਵੀ ਪੈ ਜਾਂਦਾ। ਡੀਲਿੰਗ ਦੇਖੋ ਸਾਡੇ ਤੋਂ ਸਟਾਫ ਹੈ, ਇੱਕ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਮੇਰੇ ਤੋਂ ਸਟੇਬਲ ਸਟਾਫ ਹੈ, ਜਿਨ੍ਹਾਂ ਨੂੰ ਕਾਫੀ ਦੇਰ ਲੰਬਾ ਸਮਾਂ ਹੋ ਗਿਆ, ਉਹ ਸਕੂਲ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਨੇ। ਬੱਚੇ ਵੀ ਉਹਨਾਂ ਦੇ ਹੁੰਦਿਆਂ ਹੀ ਇੱਥੇ ਨਰਸਰੀ 'ਚ ਆਏ ਨੇ, ਉਹਨਾਂ ਦੇ ਹੁੰਦਿਆਂ ਹੀ +2 ਕਰ ਜਾਂਦੇ ਨੇ। ਤੇ ਉਹ ਇੱਕ ਬੜਾ ਵੱਡਾ ਫਾਇਦਾ ਵੀ ਮਿਲਦਾ ਸਕੂਲ ਨੂੰ ਵੀ ਉਹ ਨਵੇਂ ਟੀਚਰ ਨੂੰ ਤਾਂ ਕੁਝ ਚੀਜ਼ਾਂ ਸਿਖਾਉਣੀਆਂ ਪੈਂਦੀਆਂ ਨੇ, ਪਰ ਪੁਰਾਣੇ ਟੀਚਰ ਸਾਡੇ ਸੀਜ਼ਨ ਨੇ ਤੇ ਉਹ ਕੋਈ ਜ਼ਿਆਦਾ ਮੁਸ਼ਕਿਲ ਇਹੋ ਜਿਹੀ ਨਹੀਂ ਆਉਂਦੀ। ਦੇਖੋ ਜਿਹਦੀ ਗੱਲ ਆਪਾਂ ਕੀਤੀ ਹੈ ਨਾ ਜੀ, ਡਿਗਰੀਆਂ ਵੀ ਹੈ ਨੇ, ਟੀਚਰ ਵੀ ਕੁਆਲੀਫਾਈਡ ਨੇ, ਸਾਰਾ ਕੁਝ ਹੈ, ਪਰ ਸਾਡੇ ਜਿਹੜੇ ਗੌਰਮੈਂਟ ਦੇ ਸਿਸਟਮਸ ਨੇ ਨਾ, ਉਹਨਾਂ ਦੇ ਵਿੱਚ ਕਿਉਂਕਿ ਕੰਮ ਹੀ ਇਹੋ ਜਿਹੇ ਨੌਨ ਐਜੂਕੇਸ਼ਨਲ ਉਹਨਾਂ ਦੇ ਪੱਲੇ ਪਾਏ ਹੁੰਦੇ ਨੇ, ਜਿਹੜੇ ਉਹਨਾਂ ਨੂੰ ਕਰਨੇ ਹੀ ਪੈਂਦੇ ਨੇ। ਉਹਨਾਂ ਦਾ ਜਿਹੜਾ 50% ਧਿਆਨ ਤਾਂ ਮੈਨੂੰ ਲੱਗਦਾ ਵੀ ਉਹ ਉੱਧਰ ਹੀ ਹੁੰਦਾ ਕੰਮਾਂ ਦੇ ਵਿੱਚ, ਅਤੇ 50% ਹੀ ਫਿਰ ਕਲਾਸਾਂ 'ਚ ਰਹਿ ਜਾਂਦਾ। ਜੇ ਉਹਨਾਂ ਨੂੰ ਕਿਤੇ ਬੁਲਾ ਲਿਆ ਜਾਣਾ ਹੀ ਪੈਣਾ। ਦੂਜਾ ਜਿਹੜੀ ਮੈਂ ਵੱਡੀ ਗੱਲ ਸਮਝਦਾ ਉਹ ਇਹ ਹੁੰਦੀ ਹੈ ਵੀ ਜਦੋਂ ਕੋਈ ਟੀਚਰ ਗੌਰਮੈਂਟ ਦੇ ਵਿੱਚ ਹੈ, ਉਹਨੇ ਟਰਾਂਸਫਰ ਕਰਵਾ ਲਈ, ਆਪਣੇ ਘਰ ਦੇ ਨੇੜੇ ਚਲਾ ਗਿਆ, ਜਿਹੜੀ ਕਿਤੇ ਸਪੇਸ ਖਾਲੀ ਹੋ ਗਈ, ਉੱਥੇ ਟੀਚਰ ਆਇਆ ਜਾਂ ਨਹੀਂ ਆਇਆ ਉਹ ਕੋਈ ਨਹੀਂ ਪੁੱਛਦਾ। ਬਾਅਦ ਦੇ ਵਿੱਚ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ। आने वाले समय में भी आई फील द स्टूडेंट्स वुड लाइक टू गो अब्रॉड। इवन माई बोथ किड्स दे आर अब्रॉड। व्हेन दे कम हियर दे डोंट लाइक, उनको बिल्कुल पसंद ही नहीं आता इंडिया। हाँ वो रहना चाहते हैं, बट उनको साधन चाहिए, उनको जैसा वहाँ पे है ना वैसे उनको मीन्स चाहिए। वो मीन्स उनको मिल नहीं पाते। अगर गवर्नमेंट कुछ करेगी, कुछ बच्चों के बारे में सोचेगी, डेफिनेटली बच्चे यहाँ पे आने की कोशिश करेंगे। बट मुझे लगता है कि यहाँ से पलायन ही होगा। द स्टूडेंट्स विल डेफिनेटली लीव इंडिया। सर वजह एक तो जहाँ पे बच्चों को मतलब कि जो भी पढ़ लिख के उनको मिलता कुछ नहीं है, जॉब्स नहीं मिलती पढ़ने के बाद। दूसरा एक दूसरे के पीछे, जैसे वो चला गया तो मैं भी जाऊँगा, ये भी ट्रेंडी हो गया। जैसे कि एक ने सारी ली, दूसरी बोले मैं भी। हाँ बस ट्रेंडी हो गया, देखा देखी भी हो रहा है। बट बच्चों को यहाँ से पढ़ने के बाद ना उनको मतलब अपॉर्चुनिटीज़ नहीं मिल रही, मौके नहीं मिल रहे, जॉब्स नहीं मिल रही। हाँ जी मैनू दे दे, तुसीं वीडियो बनाओ तो मैनू मैं दे नहीं सकती। अच्छा
ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਠੀਕ ਠਾਕ। ਕੀ ਨਾਮ ਸਰ ਆਪਣਾ? ਵਿਕਰਮ ਸਿੰਘ ਸੈਣੀ। ਵਿਕਰਮ ਸਿੰਘ ਸੈਣੀ। ਟੀਚਰਸ ਨੂੰ ਬੁਲਾ ਕੇ ਇੱਕ ਵਾਰੀ ਫਿਰ ਤੋਂ ਦੁਬਾਰਾ ਸਰ ਤੁਹਾਡਾ ਪੰਜਾਬੀ ਦੀ ਆਵਾਜ਼ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਠੀਕ। ਅੱਛਾ ਸਰ, ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਦੱਸੋ, ਆਪਣੇ ਬਾਰੇ ਕੁਝ ਦੱਸੋ ਕਿ ਕੀ ਚੱਲ ਰਿਹਾ ਹੈ ਇਸ ਵੇਲੇ ਮੌਕੇ 'ਤੇ। ਆਪਣਾ ਸੈਸ਼ਨ ਜੀ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦਾ ਅਤੇ ਉਹਦੇ ਅਨੁਸਾਰ ਜੋ ਵੀ ਸਰਕਾਰ ਦੀਆਂ ਹਦਾਇਤਾਂ ਹੁੰਦੀਆਂ ਨੇ, CBSE ਦੀਆਂ ਹੁੰਦੀਆਂ ਨੇ, ਉਹਨਾਂ ਦੇ ਅਨੁਸਾਰ ਹੀ ਅਸੀਂ ਕਲਾਸਾਂ ਦੇ ਵਿੱਚ ਦਾਖਲੇ ਕਰਕੇ ਅਤੇ ਨਵੇਂ ਸ਼ੁਰੂ ਕਰ ਦਿੰਦੇ ਹਾਂ। ਅਤੇ ਪੜ੍ਹਾਈ ਜਿਹੜੀ ਆ ਉਹ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਬਾਕੀ ਐਕਟੀਵਿਟੀਜ਼ ਜਿਹੜੀਆਂ ਸਾਡੀਆਂ ਰਿਕਮੈਂਡਡ ਹੁੰਦੀਆਂ ਨੇ ਉਹ ਵੀ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ। ਕੁਛ ਟੈਸਟ ਹੁੰਦੇ ਨੇ, ਓਲੰਪਿਆਡਸ ਹੁੰਦੇ ਨੇ, ਉਹ ਬੱਚਿਆਂ ਨੂੰ ਉਹ ਵੀ ਮੌਕਾ ਦਿੱਤਾ ਜਾਂਦਾ ਅਤੇ ਉਹਦੇ ਅਨੁਸਾਰ ਸਾਰਾ ਜਿਹੜਾ ਆ ਉਹ ਵਰਕ ਕਰਦੇ ਹਾਂ। ਓਕੇ। ਅੱਛਾ ਸਰ, ਹਰ ਸੈਸ਼ਨ ਦੇ ਵਿੱਚ ਬੱਚਿਆਂ ਦੀ ਗੈਦਰਿੰਗ ਘੱਟਦੀ ਵੱਧਦੀ ਹੋਏਗੀ? ਹਾਂਜੀ, ਇਹੋ ਜਿਹਾ ਚੱਲਦਾ ਹੀ ਰਹਿੰਦਾ ਜੀ। ਜਦੋਂ ਬੱਚੇ ਆਣੇ ਨੇ ਘਟਣੇ ਵੱਧਣੇ ਹੁੰਦੇ ਨੇ, ਪਰ ਸਾਡਾ ਆਮ ਹੀ ਵੱਧਦੇ ਹੀ ਨੇ ਕਿਉਂਕਿ ਸਾਡੇ ਐਡਮਿਸ਼ਨ ਜਿਹੜਾ ਥੋੜ੍ਹਾ ਰਿਸਟ੍ਰਿਕਟਡ ਹੁੰਦਾ ਹੈ ਅਤੇ ਉਹ ਬੇਸਿਸ ਜਿਹੜੇ ਨੇ ਉਹ ਟੈਸਟ ਬੇਸਿਸ ਹੁੰਦਾ ਹੈ। ਜਦੋਂ ਟੈਸਟ ਵਿੱਚੋਂ ਵਧੀਆ ਮਾਰਕਸ ਆਉਣਗੇ ਤਾਂ ਸਿਲੈਕਸ਼ਨ ਹੋ ਜਾਂਦੀ ਹੈ, ਨਹੀਂ ਤਾਂ ਲੈਵਲ ਚੈੱਕ ਕੀਤਾ ਜਾਂਦਾ? ਲੈਵਲ ਜ਼ਰੂਰ ਚੈੱਕ ਕੀਤਾ ਜਾਂਦਾ ਜੀ ਉਹਨਾਂ ਨਹੀਂ। ਉਹ ਦੇਖੋ, ਜਿਹੜਾ ਵੀ ਦੂਜੇ ਸਕੂਲ ਤੋਂ ਆਉਂਦਾ ਨਾ, ਉਹ ਕੁਛ ਨਾ ਕੁਛ ਸੁਣ ਕੇ ਆਉਂਦਾ ਆ, ਜਾਂ ਉੱਥੋਂ ਉਹ ਫੈਡ ਅਪ ਹੁੰਦੇ ਨੇ, ਕਿਸੇ ਵੀ ਰੀਜ਼ਨ ਕਰਕੇ ਹੋ ਸਕਦੇ ਨੇ, ਪੜ੍ਹਾਈ ਕਰਕੇ ਵੀ ਹੋ ਸਕਦੇ ਨੇ, ਉਹਨਾਂ ਦੇ ਬਿਹੇਵੀਅਰ ਕਰਕੇ ਵੀ ਹੋ ਸਕਦੇ ਨੇ। ਉਹ ਫਿਰ ਉਹ ਇੱਕ ਆਸ ਜਿਹੀ ਲੈ ਕੇ ਆ ਜਾਂਦੇ ਨੇ ਅਤੇ ਅਸੀਂ ਅੱਗੇ ਫਿਰ ਉਹਨਾਂ ਨੂੰ ਕਹਿੰਦੇ ਵੀ ਨਹੀਂ, ਸਾਡੇ ਜੇ ਸਟੈਂਡਰਡ ਦੇ ਵਿੱਚ ਫਿੱਟ ਹੁੰਦਾ ਬੱਚਾ ਅਸੀਂ ਜ਼ਰੂਰ ਰੱਖਾਂਗੇ। ਅਤੇ ਉਹ ਸਕਰੀਨਿੰਗ ਵੀ ਹੁੰਦੀ ਹੈ, ਉਹ ਤੋਂ ਬਾਅਦ ਟੈਸਟ ਵੀ ਹੁੰਦੇ ਨੇ। ਅਤੇ ਪਰ ਇਹ ਆ ਵੀ ਜਿਹੜੇ ਨਹੀਂ ਅੱਛਾ ਪਰਫੋਰਮ ਕਰਦੇ, ਕਈ ਵਾਰੀ ਉਹਨਾਂ ਨੂੰ ਵੀ ਉਹ ਬੜਾ ਇੱਧਰੋਂ ਉੱਧਰੋਂ ਸਿਫਾਰਿਸ਼ ਵੀ ਆ ਜਾਂਦੀ ਹੈ ਵੀ ਰੱਖ ਲਓ ਜੀ। ਕਈ ਵਾਰੀ ਇਹੋ ਜਿਹਾ ਕਰਨਾ ਵੀ ਪੈ ਜਾਂਦਾ। ਓਕੇ। ਜਿਹੜਾ ਬੱਚਾ ਫਿਰ ਆਪਣਾ ਲੈਵਲ ਜਿਹੜਾ ਹੈਗਾ ਵਾ ਪਾਰ ਨਹੀਂ ਕਰ ਪਾਉਂਦਾ, ਟੈਸਟ ਪਾਸ ਨਹੀਂ ਕਰ ਪਾਉਂਦਾ, ਫਿਰ ਪਿਛਲੀ ਕਲਾਸ 'ਚ ਨਹੀਂ, ਪਿਛਲੀ ਕਲਾਸ ਵੀ ਕਈ ਵਾਰੀ ਹੋ ਜਾਂਦੀ ਹੈ, ਪਰ ਜੇ ਮੰਨ ਲਓ ਉਹ ਵੀ ਕਲਾਸ ਰੱਖ ਲੈਂਦੇ ਹਾਂ ਤਾਂ ਕਦੇ ਇੱਦਾਂ ਹੋਇਆ ਨਹੀਂ ਵੀ ਉਹ ਬੱਚੇ ਦਾ ਪਰਫੋਰਮੈਂਸ ਬਹੁਤ ਵਧੀਆ ਲੱਗ ਗਈ ਆਉਣ। ਜੇ ਅਸੀਂ ਉਹਨੂੰ ਨਾ ਕਰਦੇ ਹਾਂ ਤਾਂ ਉਹਦੀ ਪਰਫੋਰਮੈਂਸ ਉਹ ਸ਼ੋਅ ਕਰਦੀ ਹੈ ਸਾਰਾ ਸਾਲ ਡਿਊਰਿੰਗ ਦਾ ਈਅਰ ਵੀ ਉਹ ਇਸੇ ਹੀ ਲੈਵਲ ਦਾ ਸੀ। ਓਕੇ। ਅੱਛਾ ਸਰ, ਜੇ ਗੱਲ ਕਰੀਏ ਤਾਂ ਤੁਹਾਨੂੰ ਇੱਥੇ ਕਾਫੀ ਸਾਲ ਹੋ ਗਏ ਹੈ ਨਾ? ਹਾਂਜੀ, ਅੱਜ ਇਹ ਕਹਿ ਲਓ ਜੀ ਦਿਨ ਇਹੋ ਜਿਹਾ ਹੀ ਹੈ ਵੀ ਅੱਜ ਦੇ ਦਿਨ ਹੀ 17 years ago 17 ਸਾਲ ਪਹਿਲਾਂ ਅੱਜ ਦੇ ਦਿਨ ਹੀ ਮੈਂ ਜੁਆਇਨ ਕੀਤਾ ਸੀ 1 ਅਗਸਤ ਨੂੰ। ਅਤੇ 1 ਅਗਸਤ ਤੋਂ ਸ਼ੁਰੂਆਤ ਕੀਤੀ ਸੀ ਹੈ। ਹਾਂਜੀ, ਕੰਗ੍ਰੈਚੁਲੇਸ਼ਨਸ। ਥੈਂਕ ਯੂ ਜੀ, ਥੈਂਕ ਯੂ। ਮੁਬਾਰਕਾਂ ਹੋ ਗਏ, 17 ਸਾਲ ਪੂਰੇ ਹੋ ਗਏ ਹਨ, ਬੱਚਾ ਪਲੱਸ 2 ਕਰ ਗਿਆ। ਹਾਂਜੀ ਹਾਂਜੀ 17 ਸਾਲ ਹੋ ਗਏ ਜੀ ਕੰਪਲੀਟ। ਠੀਕ ਹੈ ਜੀ, ਠੀਕ ਹੈ। ਅਤੇ ਸਰ, ਕਿਸ ਤਰ੍ਹਾਂ ਤੁਹਾਡਾ ਸਮਾਂ ਲੰਘਿਆ 17 ਸਾਲ ਪੂਰੇ? ਸਮਾਂ ਦੇਖੋ ਜੀ, ਕਾਫੀ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ। ਇੰਸਟੀਟਿਊਸ਼ਨ ਹੈ, ਕਈ ਵਾਰੀ ਇਹੋ ਜਿਹੇ ਵੀ ਆਏ ਜਦੋਂ ਬਹੁਤ ਜ਼ਿਆਦਾ ਅੰਡਰ ਪ੍ਰੈਸ਼ਰ ਵੀ ਆਏ ਹੈ ਨਾ। ਕਈ ਵਾਰੀ ਖੁਸ਼ੀ ਦੇ ਪਲ ਵੀ ਆਉਂਦੇ ਨੇ ਅਤੇ ਉਹ ਇਹ ਚੱਲਦਾ ਹੀ ਰਹਿੰਦਾ ਹੈ ਕਿਉਂਕਿ ਇਹ ਹਿਊਮਨ ਬੀਇੰਗਸ ਨੇ, ਬੱਚੇ ਨੇ। ਅਤੇ ਉਹ ਕਈ ਵਾਰ ਇਹੋ ਜਿਹੀਆਂ ਘਟਨਾਵਾਂ ਵੀ ਹੋ ਜਾਂਦੀਆਂ ਨੇ ਵੀ ਉਹ ਮਨ ਨੂੰ ਵੀ ਥੋੜ੍ਹਾ ਠੇਸ ਪਹੁੰਚ ਜਾਂਦੀਆਂ ਨੇ, ਪਰ ਉਹ ਇਹ ਸਮਝ ਕੇ ਵੀ ਨਹੀਂ, ਇਹ ਬੱਚੇ ਨੇ, ਗਲਤੀਆਂ ਵੀ ਕਰਦੇ ਨੇ, ਉਹਦੇ ਅਨੁਸਾਰ ਉਹਨਾਂ ਨੂੰ ਅਸੀਂ ਜੋ ਵੀ ਸਾਡੇ ਰਿਕਮੈਂਡਡ ਹੈ, ਕੋਈ ਪਨਿਸ਼ਮੈਂਟ ਹੈ, ਉਸ ਢੰਗ ਦੀ ਦੇ ਦਈਦੀ ਹੈ। ਅਤੇ ਉਹ ਉਹਦੇ ਹਿਸਾਬ ਨਾਲ ਚੱਲਦਾ ਰਹਿੰਦਾ ਜੀ, ਅਤੇ ਠੀਕ ਵਧੀਆ ਸਫ਼ਰ ਚੱਲ ਰਿਹਾ। ਓਕੇ। ਅੱਛਾ ਸਰ, ਤੁਹਾਡਾ 17 ਸਾਲ ਦਾ ਸਫ਼ਰ ਲੰਘ ਚੁੱਕਾ ਹੁਣ ਤੱਕ, ਅੱਜ ਤੱਕ। ਹਾਂਜੀ ਹਾਂਜੀ। ਠੀਕ ਹੈ ਜੀ। ਅਤੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਹੋਏਗਾ? ਤੁਹਾਨੂੰ ਪਤਾ ਹਰ ਸਮੇਂ ਦੇ ਵਿੱਚ ਕੁਛ ਨਾ ਕੁਛ ਚੇਂਜਸ ਆਉਂਦੇ ਰਹਿੰਦੇ ਨੇ। ਚੇਂਜਸ ਤਾਂ ਬਹੁਤ ਜ਼ਿਆਦਾ ਆ ਰਹੇ ਨੇ ਜੀ। ਅੱਗੇ ਕਿਤੇ ਹੁੰਦਾ ਸੀ ਵੀ +2 ਤੋਂ ਬਾਅਦ ਬੱਚਿਆਂ ਦਾ ਰੁਝਾਨ ਹੁੰਦਾ ਸੀ ਵੀ ਅਸੀਂ ਚਲੋ ਇੱਥੇ ਰਹਾਂਗੇ, ਕੁਛ ਕਰਾਂਗੇ। ਹੌਲੀ ਹੌਲੀ ਕਰਦੇ ਕਰਦੇ ਉਹ ਇਹ ਟਰੈਂਡ ਜਿਹੜਾ ਉਹ ਵਧਿਆ ਤਾਂ ਜ਼ਰੂਰ ਹੈ, ਪਰ ਹੁਣ ਉਹ ਆਈ ਫੀਲ ਵੀ ਇਹ ਛੋਟੀਆਂ ਕਲਾਸਾਂ ਦੇ ਵਿੱਚ ਵੀ ਆ ਗਿਆ ਕਿਉਂਕਿ ਹੁਣ ਇਸ ਸਾਲ ਮੇਰੇ ਤੋਂ ਜਿਹੜੇ ਸਕੂਲ ਲੀਵਿੰਗ ਸਰਟੀਫਿਕੇਟ ਗਏ ਨੇ
ਟੂ ਗੋ ਅਬਰੋਡ, ਉਹ ਮੇਰਾ ਖਿਆਲ ਹੈ ਵੀ ਬਹੁਤ ਜੂਨੀਅਰ ਵੀ 1st 2nd ਕਲਾਸ ਤੱਕ ਦੇ ਬੱਚੇ ਵੀ ਹੁਣ ਜਾਣੇ ਸ਼ੁਰੂ ਹੋ ਗਏ ਨੇ, ਕਿਉਂਕਿ ਇਹੋ ਜਿਹੀ ਵੀ ਪ੍ਰੋਵੀਜ਼ਨ ਹੈ 4th 5th ਵਿੱਚ ਜਾਓ ਤਾਂ ਵੀ ਐਡਮਿਸ਼ਨ ਮਿਲ ਜਾਂਦੇ ਨੇ। ਅਤੇ ਉਹ ਟਰੈਂਡ ਜਿਹੜਾ ਵੱਧਦਾ ਜਾ ਰਿਹਾ, ਤਾਂ ਮੈਨੂੰ ਲੱਗਦਾ ਵੀ ਇਹ ਵਧਣਾ ਹੀ ਹੈ, ਘਟਦਾ ਨਹੀਂ। ਅੱਜ 1800 ਬੱਚੇ ਤੁਹਾਡੇ ਹੈਗੇ ਆ ਸਕੂਲ ਦੇ ਵਿੱਚ, ਹਾਂਜੀ। ਕਿਸ ਤਰ੍ਹਾਂ ਸੇ ਡੀਲਿੰਗ ਕਰਦੇ ਆ ਉਹਨਾਂ ਨੂੰ? ਡੀਲਿੰਗ ਦੇਖੋ, ਸਾਡੇ ਤੋਂ ਸਟਾਫ ਹੈ, ਇੱਕ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਮੇਰੇ ਤੋਂ ਸਟੇਬਲ ਸਟਾਫ ਹੈ, ਜਿਨ੍ਹਾਂ ਨੂੰ ਕਾਫੀ ਦੇਰ ਲੰਬਾ ਸਮਾਂ ਹੋ ਗਿਆ, ਉਹ ਸਕੂਲ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਨੇ। ਬੱਚੇ ਵੀ ਉਹਨਾਂ ਦੇ ਹੁੰਦਿਆਂ ਹੀ ਇੱਥੇ ਨਰਸਰੀ 'ਚ ਆਏ ਨੇ, ਉਹਨਾਂ ਦੇ ਹੁੰਦਿਆਂ ਹੀ +2 ਕਰ ਜਾਂਦੇ ਨੇ, ਅਤੇ ਉਹ ਇੱਕ ਬੜਾ ਵੱਡਾ ਫਾਇਦਾ ਵੀ ਮਿਲਦਾ ਸਕੂਲ ਨੂੰ ਵੀ ਉਹ ਨਵੇਂ ਟੀਚਰ ਨੂੰ ਤਾਂ ਕੁਝ ਚੀਜ਼ਾਂ ਸਿਖਾਉਣੀਆਂ ਪੈਂਦੀਆਂ ਨੇ, ਪਰ ਪੁਰਾਣੇ ਟੀਚਰ ਸਾਡੇ ਸੀਜ਼ਨਡ ਨੇ, ਅਤੇ ਉਹ ਕੋਈ ਜ਼ਿਆਦਾ ਮੁਸ਼ਕਿਲ ਇਹੋ ਜਿਹੀ ਨਹੀਂ ਆਉਂਦੀ। ਓਕੇ ਹਾਂਜੀ ਸਰ, ਅੱਛਾ ਇੱਕ ਚੀਜ਼ ਹੋਰ ਵੀ ਹੈ ਕਿ ਜਿਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਟੈਸਟ ਵਗੈਰਾ ਕਰਕੇ ਰੱਖਦੇ ਆ ਨਾ, ਟੈਸਟ ਕਰਾ ਕੇ ਰੱਖਦੇ ਆ, ਹਾਂਜੀ। ਐਡਮਿਸ਼ਨ ਲੈਂਦੇ ਆ, ਇੱਥੇ ਟੀਚਰਾਂ ਦਾ ਵੀ ਟੈਸਟ ਲਿਆ ਜਾਂਦਾ? ਟੀਚਰ ਦਾ ਦੇਖੋ ਇੰਟਰਵਿਊ ਹੁੰਦੀ ਹੈ, ਅਤੇ ਕਈ ਵਾਰੀ ਰਿਟਨ ਟੈਸਟ ਵੀ ਲੈ ਲਈਦਾ। ਉਹ ਹੁਣੇ ਰੱਖਿਆ ਸੀ ਮੈਡਮ, ਇੱਕ ਉਹਨਾਂ ਦਾ ਰਿਟਨ ਟੈਸਟ ਵੀ ਸਰ ਆਏ ਸੀ, ਕਹਿੰਦੇ ਜੀ ਰਿਟਨ ਟੈਸਟ ਲਵੋ। ਅਤੇ ਪਹਿਲਾਂ ਸ਼ੁਰੂ 'ਚ ਮੈਂ ਲੈ ਲੈਂਦਾ ਸੀ, ਹੁਣ ਇੰਟਰਵਿਊ ਕਰਕੇ ਅਤੇ ਡੈਮੋ ਕਲਾਸ ਦੇਖ ਕੇ, ਕਿਉਂਕਿ ਜੇ ਐਕਸਪੀਰੀਅੰਸ ਹੈ ਤਾਂ ਉਹ ਫਿਰ ਉਹਨਾਂ ਦਾ ਟੀਚਿੰਗ ਵੇ ਚੈੱਕ ਕਰਕੇ ਤਾਂ ਦੈਨ ਵੀ ਸਿਲੈਕਟ। ਓਕੇ ਸਰ, ਬਾਹਰੋਂ ਕਾਫੀ ਕੁਝ ਸੁਣਨ ਨੂੰ ਮਿਲਿਆ ਹੈ ਸਕੂਲ ਬਾਰੇ ਕਿ ਕਾਫੀ ਅੱਛਾ ਪਰਫਾਰਮੈਂਸ ਟੀਚਰਾਂ ਦਾ ਵੀ ਹੈਗਾ, ਤੁਹਾਡਾ ਵੀ ਹੈਗਾ, ਅਤੇ ਆਪਣੇ ਸਕੂਲ ਦੀ ਅੱਛੀ ਰੈਪੋ ਵੀ ਹੈਗੀ ਆ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਰਕਾਰੀ ਸਕੂਲ ਜਿਹੜੇ ਹੈਗੇ ਆ ਉਹ ਕਿੰਨਾ ਕੁ ਇਸ ਚੀਜ਼ 'ਤੇ ਕੰਮ ਕਰ ਰਹੇ ਆ? ਦੇਖੋ, ਸਰਕਾਰ ਵੱਲੋਂ ਤਾਂ ਬਹੁਤ ਹੀ ਸਹੂਲਤਾਂ ਨੇ। ਮੇਰੇ ਆਪਣੇ ਮਿਸਿਜ ਨੇ ਗੌਰਮੈਂਟ ਸਕੂਲ 'ਚ ਨੇ, ਉੱਥੇ ਗੌਰਮੈਂਟ ਬਹੁਤ ਹੀ ਸਹਾਇਤਾ ਕਰਦੀ ਹੈ, ਕਾਫੀ ਗ੍ਰਾਂਟਸ ਵੀ ਭੇਜ ਦਿੰਦੀ ਹੈ ਹਰ ਚੀਜ਼ ਨੂੰ ਰਿਪੇਅਰ ਕਰਨ ਦੇ ਲਈ ਜਾਂ ਬਣਾਉਣ ਦੇ ਲਈ, ਇਨਫਰਾਸਟਰਕਚਰ ਤਿਆਰ ਕਰਨ ਦੇ ਲਈ। ਪਰ ਉਹ ਸਾਡੇ ਲਈ ਤਾਂ ਹਰ ਚੀਜ਼ ਜਿਹੜੀ ਆ ਉਹ ਬੱਚਿਆਂ ਤੋਂ ਹੀ ਪ੍ਰਾਪਤ ਹੋਣੀ ਹੈ, ਕਿ ਟਿਊਸ਼ਨ ਫੀਸ ਜਿਹੜੀ ਹੈ ਸਾਡੇ ਤੋਂ, ਉਹਦੇ ਵਿੱਚੋਂ ਜਿੰਨੇ ਕੁ ਆਉਂਦੇ ਨੇ ਉਹ ਡਿਵੈਲਪਮੈਂਟ 'ਤੇ ਵੀ ਲੱਗਣੇ ਨੇ, ਇਹਨੂੰ ਸਕੂਲ ਨੂੰ ਵੀ ਚਲਾਉਣਾ ਹੈ। ਗੌਰਮੈਂਟ ਸਕੂਲ ਜਿਹੜੇ ਨੇ ਉਹਦੇ ਵਿੱਚ ਟੀਚਰ ਮੈਂ ਤਾਂ ਕਹਾਂਗਾ ਵੀ ਬਹੁਤ ਵਧੀਆ ਨੇ, ਸਾਡੇ ਟੀਚਰਾਂ ਨਾਲੋਂ ਕਿਤੇ ਵੱਧ ਮਾਰਕਸ ਲੈ ਕੇ ਕੁਆਲੀਫਾਈਡ ਨੇ, ਸਾਡੇ ਵੀ ਕੁਆਲੀਫਾਈਡ ਨੇ, ਪਰ ਮਾਰਕਸ ਜ਼ਰੂਰ ਉਹਨਾਂ ਦੇ ਵੱਧ ਹੋਣਗੇ ਕਿਉਂਕਿ ਉਹ ਗੌਰਮੈਂਟ 'ਚ ਚਲੇ ਗਏ, ਮੈਰਿਟ 'ਤੇ ਚਲੇ ਗਏ। ਪਰ ਗੱਲ ਅੱਗੇ ਆ ਜਾਂਦੀ ਹੈ ਵੀ ਤੁਹਾਡਾ ਜਿਹੜਾ ਲੋਕਲ ਲੈਵਲ ਹੈ ਜਾਂ ਸਕੂਲ ਲੈਵਲ ਹੈ, ਉੱਥੇ ਤੁਸੀਂ ਕਿੰਨੀ ਕੁ ਮਿਹਨਤ ਕਰਦੇ ਹੋ, ਅਤੇ ਮੈਂ ਸਮਝਦਾ ਵੀ ਸਾਡੇ ਟੀਚਰ ਜਿਹੜੇ ਨੇ ਉਹ ਉਹਨਾਂ ਨਾਲੋਂ ਜ਼ਿਆਦਾ ਮਿਹਨਤੀ ਜ਼ਰੂਰ ਹੋਣਗੇ ਜੇ ਸਾਡਾ ਕਿਤੇ ਨਾ ਹੈ ਤਾਂ। ਬਿਲਕੁਲ ਸਰ, ਬਹੁਤ ਵਧੀਆ ਗੱਲ ਕਹੀ। ਅੱਛਾ ਸਰ, ਕੰਪੈਰੀਜ਼ਨ ਥੋੜ੍ਹਾ ਕਰਦੇ ਆਪਾਂ ਜੀ ਜੀ ਜੀ। ਅਤੇ ਗੌਰਮੈਂਟ ਸਕੂਲਾਂ ਦੇ ਵਿੱਚ ਜਾਣਾ ਕਿ ਉੱਥੇ ਬਿਲਡਿੰਗਾਂ ਤਾਂ ਅੱਛੀਆਂ ਬਣ ਗਿਆ, ਪਰ ਜੋ ਸਟੱਡੀ ਹੋਣੀ ਚਾਹੀਦੀ ਆ ਅੱਜ ਦੇ ਸਮੇਂ 'ਚ ਵੀ ਡਿਗਰੀਆਂ ਤਾਂ ਹੈਗੀਆਂ, ਪਰ ਉਹ ਮੈਚਿਓਰਿਟੀ ਨਹੀਂ ਹੈਗੀ। ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ? ਦੇਖੋ, ਜਿਹਦੀ ਗੱਲ ਆਪਾਂ ਕੀਤੀ ਹੈ ਨਾ ਜੀ, ਡਿਗਰੀਆਂ ਵੀ ਹੈ ਨੇ, ਟੀਚਰ ਵੀ ਕੁਆਲੀਫਾਈਡ ਨੇ, ਸਾਰਾ ਕੁਛ ਹੈ, ਪਰ ਸਾਡੇ ਜਿਹੜੇ ਗੌਰਮੈਂਟ ਦੇ ਸਿਸਟਮਸ ਨੇ ਨਾ, ਉਹਨਾਂ ਦੇ ਵਿੱਚ ਕਿਉਂਕਿ ਕੰਮ ਹੀ ਇਹੋ ਜਿਹੇ ਨੌਨ ਐਜੂਕੇਸ਼ਨਲ ਉਹਨਾਂ ਦੇ ਪੱਲੇ ਪਾਏ ਹੁੰਦੇ ਨੇ, ਜਿਹੜੇ ਉਹਨਾਂ ਨੂੰ ਕਰਨੇ ਹੀ ਪੈਂਦੇ ਨੇ। ਉਹਨਾਂ ਦਾ ਜਿਹੜਾ 50% ਧਿਆਨ ਤਾਂ ਮੈਨੂੰ ਲੱਗਦਾ ਵੀ ਉਹ ਉੱਧਰ ਹੀ ਹੁੰਦਾ ਕੰਮਾਂ ਦੇ ਵਿੱਚ, ਅਤੇ 50% ਹੀ ਫਿਰ ਕਲਾਸਾਂ 'ਚ ਰਹਿ ਜਾਂਦਾ, ਜੇ ਉਹਨਾਂ ਨੂੰ ਕਿਤੇ ਬੁਲਾ ਲਿਆ ਜਾਣਾ ਹੀ ਪੈਣਾ। ਦੂਜਾ ਜਿਹੜੀ ਮੈਂ ਵੱਡੀ ਗੱਲ ਸਮਝਦਾ ਉਹ ਇਹ ਹੁੰਦੀ ਹੈ ਵੀ ਜਦੋਂ ਕੋਈ ਟੀਚਰ ਗੌਰਮੈਂਟ ਦੇ ਵਿੱਚ ਹੈ, ਉਹਨੇ ਟਰਾਂਸਫਰ ਕਰਵਾ ਲਈ, ਆਪਣੇ ਘਰ ਦੇ ਨੇੜੇ ਚਲਾ ਗਿਆ, ਜਿਹੜੀ ਕਿਤੇ ਸਪੇਸ ਖਾਲੀ ਹੋ ਗਈ, ਉੱਥੇ ਟੀਚਰ ਆਇਆ ਜਾਂ ਨਹੀਂ ਆਇਆ ਉਹ ਕੋਈ ਨਹੀਂ ਪੁੱਛਦਾ, ਬਾਅਦ ਦੇ ਵਿੱਚ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ। ਇਹ ਇੱਕ ਵੱਡਾ ਖਲਾਅ ਰਹਿ ਜਾਂਦਾ, ਕਿਉਂਕਿ ਪੇਰੈਂਟਸ ਫਿਰ ਕਿਸੇ ਨੂੰ ਪੁੱਛ ਨਹੀਂ ਸਕਦੇ, ਕਿਉਂਕਿ ਜਿਹਨੇ ਐਡਮਿਸ਼ਨ ਕੀਤੀ ਹੈ ਉਹ ਟਰਾਂਸਫਰ ਕਰਾ ਕੇ ਚਲਾ ਗਿਆ, ਹੁਣ ਕੋਈ ਉਹਦਾ ਰਿਸਪੌਂਸੀਬਲ ਨਹੀਂ ਰਹਿ ਜਾਂਦਾ। ਪਰ ਸਾਡਾ ਤਾਂ ਜ਼ਿਆਦਾ ਵਧੀਆ ਇਹ ਹੁੰਦਾ ਵੀ ਅਸੀਂ ਬੈਠੇ ਹਾਂ, 17 ਈਅਰਸ ਹੋ ਗਏ ਨੇ, ਜਿਹੜੇ ਬੱਚੇ ਨਰਸਰੀ 'ਚ ਆਏ ਸੀ ਉਹ +2 ਕਰਕੇ ਵੀ ਚਲੇ ਗਏ, ਫੌਰਨ ਵੀ ਪਹੁੰਚ ਗਏ, ਪਰ ਅਸੀਂ ਰਿਸਪੌਂਸੀਬਲ ਹਾਂ। ਉਹਨਾਂ ਨੂੰ ਪਤਾ ਵੀ ਸਰ ਉੱਥੇ ਮਿਲਣਗੇ, ਜੇ ਇਹਨਾਂ ਨਾਲ ਗੱਲ ਕੀਤੀ ਹੈ ਤਾਂ ਅੱਜ ਤੋਂ ਸਾਲ ਬਾਅਦ ਵੀ ਅਸੀਂ ਇਹਨਾਂ ਨੂੰ ਆ ਕੇ ਪੁੱਛ ਸਕਦੇ ਹਾਂ ਵੀ ਸਰ ਅਸੀਂ ਤੁਹਾਡੇ ਨਾਲ ਇਹ ਗੱਲ ਕੀਤੀ ਸੀ। ਤਾਂ ਉਹ ਰਿਸਪੌਂਸੀਬਿਲਟੀ ਜਿਹੜੀ ਹੈ ਇੱਕ ਬਹੁਤ ਵੱਡੀ ਚੀਜ਼ ਹੈ, ਜਿਹਦੇ ਨਾਲ ਲੋਕਾਂ ਦੇ ਵਿੱਚ ਸਾਡਾ ਆਧਾਰ ਬਣ ਜਾਂਦਾ। ਓਕੇ, ਅੱਛਾ ਸਰ, ਜਿਸ ਤਰ੍ਹਾਂ ਜੀ ਗੱਲ ਕਰੀਏ ਤਾਂ ਕਾਫੀ ਚੀਜ਼ਾਂ ਆਉਂਦੀਆਂ ਵਾ, ਹੈ ਨਾ। ਜੇ ਆਪਾਂ ਨੋਰਮਲ ਗੱਲ ਕਰੀਏ ਤਾਂ ਜਿਸ ਤਰ੍ਹਾਂ ਪੇਰੈਂਟਸ ਦੀਆਂ ਕਲਾਸਾਂ ਲਾਈਆਂ ਜਾਂਦੀਆਂ ਕਿ ਉਹ ਆਪਣੇ ਬੱਚਿਆਂ ਨੂੰ ਸਟੇਬਲ ਕਰ ਸਕਣ, ਉਹਨਾਂ ਨੂੰ ਵਧੀਆ ਤਰੀਕੇ ਨਾਲ ਐਜੂਕੇਸ਼ਨ ਵਗੈਰਾ ਕਰਵਾ ਸਕਣ, ਕਿਉਂਕਿ ਕਈ ਟਿਊਸ਼ਨ ਫੀਸ ਨਹੀਂ ਭਰ ਸਕਦੇ। ਟਿਊਸ਼ਨ ਫੀਸ ਤਾਂ ਦੇਖੋ ਕਾਫੀ ਬੱਚੇ ਇਹੋ ਜਿਹੇ ਹੁੰਦੇ ਨੇ
ਕਿਸੇ ਦੀ ਗੱਲ ਵੀ ਸੁਣਦੇ ਹਾਂ, ਜਿਹਨਾਂ ਦੀ ਬਹੁਤ ਪ੍ਰੋਪਰ ਹੀ ਕਿਸੇ ਦੀ ਪ੍ਰੋਬਲਮ ਹੈ ਉਹ ਸੋਲਵ ਵੀ ਕਰਦੇ ਹਾਂ, ਜਿੱਦਾਂ ਦੀ ਵੀ ਉਹਦੀ ਹੈਲਪ ਹੋ ਸਕਦੀ ਹੈ ਉਹ ਟਰਾਈ ਕਰਦੇ ਹਾਂ ਵੀ ਕਰੀਏ, ਤਾਂ ਜੋ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਤੇ ਕਾਫੀ ਬੱਚੇ ਨੇ ਜਿਹੜੇ ਫੀਸ ਲੇਟ ਵੀ ਦਿੰਦੇ ਨੇ, ਉਹ ਵੀ ਐਕਸੈਪਟ ਕਰਦੇ ਆ, ਠੀਕ ਹੈ। ਬਾਕੀ ਜਿਹੜਾ ਆ ਆਪਣੇ ਵੱਲੋਂ ਤਾਂ ਟਰਾਈ ਕਰਦੇ ਆ ਵੀ ਬੈਸਟ ਦਈਏ, ਠੀਕ ਹੈ ਜੀ। ਬਾਕੀ ਤਾਂ ਪਬਲਿਕ ਜਾਣਦੀ ਹੈ ਵੀ ਅਸੀਂ ਕਿੱਦਾਂ ਦਾ ਵਰਕ ਕਰਦੇ ਹਾਂ। ਬਿਲਕੁਲ। ਤੇ ਤੁਹਾਡਾ ਸਟਾਫ ਜਿਹੜਾ ਹੈਗਾ ਆ ਉਹ ਤੁਹਾਡੇ ਨਾਲ ਕਿੰਨਾ ਕੋਆਪਰੇਟ ਕਰਦਾ? ਮੈਂ ਤਾਂ ਇਹ ਕਹਾਂਗਾ ਜੀ, ਕਦੇ ਇੱਦਾਂ ਦੀ ਗੱਲ ਹੋਈ ਨਹੀਂ ਵੀ ਕੋਆਪਰੇਟ ਨਾ ਕੀਤਾ ਹੋਵੇ। ਜੋ ਵੀ ਆਰਡਰ ਅਸੀਂ ਇੱਥੋਂ ਕਦੀ ਕਰਦੇ ਤੁਸੀਂ ਹਾਂ। ਕਿਸੇ ਨੂੰ ਡਾਂਟਿਆ ਹੋਵੇ, ਉਹ ਕਹਿੰਦੇ ਕਿ ਮੈਂ ਨਹੀਂ ਜੋਬ ਕਰਨੀ, ਜੇ ਸਮਝ ਨਹੀਂ, ਨਹੀਂ ਆਇਆ ਇੱਦਾਂ? ਜੋਬ ਨਾ ਕਰਨ ਵਾਲੇ ਆਪਣੇ ਲੈਵਲ ਤੇ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੈ, ਵਿੱਚੋਂ ਛੱਡ ਕੇ ਵੀ ਚਲੇ ਜਾਂਦੇ ਨੇ। ਪਰ ਫਿਰ ਵੀ ਕੱਲ੍ਹ ਹੀ ਇੱਕ ਮੇਰੇ ਮੈਡਮ ਗਏ ਨੇ ਅੱਛਾ। ਤੇ ਉਹ ਆਸ਼ੀਰਵਾਦ ਲੈ ਕੇ ਗਏ, ਸਪੈਸ਼ਲ ਆਏ ਮੇਰੇ ਤੋਂ ਵੀ ਸਰ ਮੈਂ ਜਾਣਾ ਤਾਂ ਨਹੀਂ ਚਾਹੁੰਦੀ ਪਰ ਮੇਰੀ ਮਜਬੂਰੀ ਕਰਦੀ ਇਹੋ ਜਿਹੀ ਹੈ, ਮੈਨੂੰ ਹੁਣ ਜਾਣਾ ਪੈਣਾ, ਪਰ ਆਸ਼ੀਰਵਾਦ ਦਿਓ ਵੀ ਜੇ ਮੈਂ ਮੁੜ ਕੇ ਮੈਨੂੰ ਲੋੜ ਪਵੇ ਤਾਂ ਮੈਂ ਆ ਜਾਵਾਂ। ਤੇ ਆਈ ਅਸ਼ੋਰਡ ਹਰ ਵੀ ਭਾਈ ਜਦੋਂ ਵੀ ਤੈਨੂੰ ਲੱਗੇ ਤੂੰ ਆ ਜਾ, ਵੀ ਵਿਲ ਐਕਸੈਪਟ। ਉਹ ਕੰਮ ਦੀ ਵੈਲਿਊ ਹੈ, ਜਿਹੜਾ ਅੱਛਾ ਹੈ ਤਾਂ ਅੱਛਾ ਹੀ ਹੈ। ਬਿਲਕੁਲ ਜੀ, ਬਿਲਕੁਲ। ਲਾਸਟ ਵਿੱਚ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ? ਅੱਜ ਦਾ ਜਿਹੜਾ ਸਮਾਂ ਹੈਗਾ ਸਰ, ਯੂਥ ਬਾਹਰ ਜਾ ਰਿਹਾ, +2 ਕਰਕੇ ਆਇਲਸ ਕਰਕੇ ਬਾਹਰ, ਹਾਂਜੀ। ਤੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਵੀ ਆਇਲਸ ਕੰਪਲਸਰੀ ਕਰ ਦਿੱਤੀ ਗਈ ਆ, ਪ੍ਰਾਈਵੇਟ ਸਕੂਲਾਂ ਦੇ ਵਿੱਚ ਖਾਸ ਕਰਕੇ। ਹਾਂਜੀ। ਤੇ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਬੈਨੀਫਿਟ ਜਿਹੜਾ ਹੈਗਾ ਆ ਸਿਰਫ ਇੱਕ ਬਾਹਰ ਜਾਣ ਵਾਸਤੇ ਹੀ ਹੈ, ਜਾਂ ਫਿਰ ਮਤਲਬ ਕੋਈ ਇੱਥੇ ਵੀ ਕੋਈ ਉਸ ਚੀਜ਼ ਦਾ ਫਾਇਦਾ ਲੈ ਸਕਦਾ ਹੈ? ਦੇਖੋ, ਜੇ ਅਸਲੀ ਗੱਲ ਕਰੀਏ ਨਾ, ਹਾਲਾਤ ਇਸ ਵੇਲੇ ਜੇ ਅਸੀਂ ਬਾਹਰਲਿਆਂ ਤੋਂ ਪੁੱਛੀਏ ਤਾਂ ਬਹੁਤ ਜ਼ਿਆਦਾ ਮਾੜੇ ਨੇ। ਕੋਈ ਇੱਦਾਂ ਦੀ ਗੱਲ ਨਹੀਂ ਹੈ ਵੀ ਉੱਥੇ ਜਾ ਕੇ, ਔਰ ਮੇਰੇ 2 ਦਿਨ ਪਹਿਲਾਂ ਹੀ ਇੱਕ ਮੇਰੇ ਆਪਣੇ ਕੈਂਡੀਡੇਟ ਨਾਲ ਹੀ ਗੱਲ ਹੋਈ, ਜਿਹੜਾ ਮੇਰੇ ਤੋਂ ਕੋਈ ਅੱਜ ਤੋਂ 5-6 ਸਾਲ ਪਹਿਲਾਂ ਪੜ੍ਹ ਕੇ ਤੇ ਫੋਰਨ 'ਚ ਹੀ ਹੈ। ਤਾਂ ਉਹ ਸੋਚ ਰਹੇ ਨੇ ਵੀ ਅਸੀਂ ਕਿਉਂ ਇਹ ਫੈਸਲਾ ਲੈ ਲਿਆ ਵੀ ਜੇ ਇੱਥੇ ਇਹ ਹਾਲਾਤ ਹੋਣਾ ਤੇ ਮਹਿੰਗਾਈ ਇੰਨੀ ਜ਼ਿਆਦਾ ਹੈ। ਉਹ ਕਹਿੰਦੇ ਜੀ ਅਸੀਂ ਤਾਂ ਸਾਰੀ ਜ਼ਿੰਦਗੀ ਇੱਕ ਘਰ ਦੀਆਂ ਕਿਸ਼ਤਾਂ ਹੀ ਨਹੀਂ ਪੂਰੀਆਂ ਕਰ ਸਕਣੀਆਂ। ਤੇ ਜਦ ਕਿ ਇੰਡੀਆ ਦੇ ਵਿੱਚ ਬਹੁਤ ਵਧੀਆ ਨੇ ਬੱਚੇ ਜਿਹੜੇ ਅੱਛਾ ਪੜ੍ਹਦੇ ਨੇ, ਉਹ ਵਧੀਆ ਪੈਕੇਜ 'ਤੇ ਲੱਗੇ ਨੇ। ਉੱਥੇ ਤਾਂ ਸੇਵਿੰਗ ਨਹੀਂ ਕੁਛ ਵੀ ਹੁੰਦੀ, ਆਪਣਾ ਆਪਣਾ ਗੁਜ਼ਾਰਾ ਜ਼ਰੂਰ ਕਰਦੇ ਨੇ, ਕਿਉਂਕਿ ਇਸ ਵੇਲੇ ਜੇ ਕੈਨੇਡਾ ਦੀ ਗੱਲ ਕਰੀਏ ਜ਼ਿਆਦਾ ਵਹਾਅ ਤਾਂ ਉੱਧਰ ਹੀ ਹੈ, ਪਰ ਉੱਥੇ ਮਹਿੰਗਾਈ ਇੰਨੀ ਜ਼ਿਆਦਾ ਆ ਵੀ ਹੁਣ ਮੈਨੂੰ ਨਹੀਂ ਲੱਗਦਾ ਵੀ ਸਰਵਾਈਵਲ ਸੌਖੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣ ਜਾਣਗੇ? ਮੈਨੂੰ ਤੇ ਮੇਰੇ ਅਕੋਰਡਿੰਗ ਜੇ ਗੱਲ ਕਰੀਏ ਤਾਂ ਆਉਣ ਵਾਲੇ 20 ਸਾਲਾਂ ਵਿੱਚ ਸ਼ਾਇਦ ਬਜ਼ੁਰਗ ਹੀ ਰਹਿ ਜਾਣੇ ਆ, ਯੂਥ ਵੈਸੇ ਹੀ। ਦੇਖੋ, ਜੇ ਅਸੀਂ ਆਪਣੀ ਲੋਕੈਲਿਟੀ ਵੀ ਦੇਖੀਏ, ਗੱਲ ਤਾਂ ਇੱਥੇ ਕੀ ਆਉਂਦੀ ਹੈ ਵੀ +2 ਤੋਂ ਬਾਅਦ ਜਿਹੜੇ ਵੀ ਬੱਚੇ ਦੀ ਏਜ 18 ਸਾਲ ਤੋਂ ਵੱਧ ਕਹਿ ਲਓ, ਉਹ ਦਿਖਾਈ ਨਹੀਂ ਦਿੰਦੇ ਘਰ ਦੇ ਵਿੱਚ, ਜਾਂ ਬਜ਼ੁਰਗ ਨੇ ਜਾਂ ਬੱਚੇ ਨੇ, ਤੇ ਜਾਂ ਕੋਈ ਪਹਿਲੇ ਜਿਹੜੇ ਜੌਬ ਕਰਦੇ ਨੇ ਇੱਥੇ। ਪਰ ਮੈਨੂੰ ਲੱਗਦਾ ਵੀ ਨਹੀਂ, ਸਾਨੂੰ ਸੋਚਣਾ ਪਵੇਗਾ ਹੌਲੀ ਹੌਲੀ। ਜਿਹੜਾ ਯੂਥ ਹੈ ਜਦੋਂ ਉੱਧਰਲੇ ਹਾਲਾਤ ਦੇਖਣਗੇ, ਕੁਛ ਉੱਥੋਂ ਵਾਪਸ ਆਉਣਗੇ, ਉਹ ਆ ਕੇ ਵੀ ਐਡਵੋਕੇਟ ਕਰਨਗੇ ਵੀ ਨਹੀਂ ਸਾਡਾ ਇੰਡੀਆ ਜ਼ਿਆਦਾ ਵਧੀਆ ਉਹਦੇ ਨਾਲੋਂ। ਤੇ ਫਿਰ ਹੋ ਸਕਦਾ ਕਿਤੇ ਥੋੜ੍ਹੀ ਕਿਤੇ ਉਹ ਇਹਨੂੰ ਬ੍ਰੇਕਾਂ ਲੱਗਣਗੀਆਂ, ਬ੍ਰੇਕਾਂ ਲੱਗਣ ਤੋਂ ਬਾਅਦ ਕਿਤੇ ਪੋਜ਼ਿਟਿਵਿਟੀ ਆ ਜਾਵੇ। ਪਰ ਇਟ ਵਿਲ ਟੇਕ ਟਾਈਮ, ਨਾਟ ਸੋ ਸੂਨ ਇਟ ਕੈਨ ਹੈਪਨ। ਅੱਛਾ ਸਰ, ਹੁਣ ਜੇ ਬੱਚੇ ਦੀ ਗੱਲ ਕਰੀਏ ਤੇ ਟੈਲੈਂਟ ਬਹੁਤ ਹੁੰਦਾ ਬੱਚਿਆਂ ਦੇ ਅੰਦਰ ਜੀ, ਤੇ ਉਹਨੂੰ ਕੱਢਣ ਵਾਸਤੇ ਕੀ ਕਰ ਰਹੇ ਹੋ ਤੁਸੀਂ? ਦੇਖੋ, ਅਜੇ ਤਾਂ ਸਾਡਾ ਸ਼ੁਰੂ ਹੀ ਹੋਇਆ ਸੈਸ਼ਨ ਕਹਿ ਲਓ, ਜੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, ਸਾਡੀ ਮਾਰਨਿੰਗ ਅਸੈਂਬਲੀ ਵੀ ਨਹੀਂ ਕਰ ਪਾ ਰਹੇ। ਪਰ ਜਦੋਂ ਹੀ ਸਤੰਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਣਾ, ਵੈਦਰ ਥੋੜ੍ਹਾ ਜਿਹਾ ਕੰਫਰਟੇਬਲ ਹੋ ਜਾਏਗਾ, ਤੇ ਉਦੋਂ ਅਸੀਂ ਐਕਟੀਵਿਟੀਜ਼ ਜਿਹੜੀਆਂ ਨੇ ਜੋ ਵੀ ਬਣਦੀਆਂ ਨੇ ਉਹਦੇ ਅਕੋਰਡਿੰਗਲੀ ਕੰਪੀਟੀਸ਼ਨਸ ਵਗੈਰਾ ਕਰਾਏ ਜਾਂਦੇ ਨੇ। ਉਹਦਾ ਜਿਹੜਾ ਵੀ ਟੈਲੈਂਟਡ ਹੈ ਉਹ ਅਵਾਰਡਡ ਵੀ ਹੁੰਦਾ ਹੈ, ਤੇ ਉਹ ਵੀ ਵਿਲ ਸਟਾਰਟ ਦੈਟ। ਇਸ ਤਰ੍ਹਾਂ ਸਰ ਸਰਕਾਰੀ ਸਕੂਲਾਂ ਦਾ ਜਿਹੜਾ ਪ੍ਰਾਈਵੇਟ ਸਕੂਲ ਕਦੀ ਕੰਪੀਟੀਸ਼ਨ ਹੋਇਆ ਅਜੇ ਤੱਕ, ਜਾਂ ਫਿਰ ਪ੍ਰਾਈਵੇਟ ਸਕੂਲਾਂ ਦੇ ਨਾਲ ਹੀ? ਨਹੀਂ, ਸਾਡਾ ਕੰਪੀਟੀਸ਼ਨ ਸਿਰਫ ਜਿਹੜਾ ਗੌਰਮੈਂਟ ਸਕੂਲਾਂ ਨਾਲ ਹੈ, ਉਹ ਕਈ ਵਾਰੀ ਅਸੀਂ ਸਪੈਸ਼ਲ ਆਪਣਾ ਸਪੋਰਟਸ ਦਾ, ਐਥਲੈਟਿਕਸ ਦਾ ਕਰਵਾ ਲਈਦਾ। ਬਾਕੀ ਨਹੀਂ ਹੁੰਦਾ, ਕਿਉਂਕਿ ਉਹਨਾਂ ਦਾ ਸਿਲੇਬਸ ਡਿਫਰੈਂਟ ਹੁੰਦੇ ਨੇ। ਸਾਡੇ CBSE ਦੇ ਸਿਲੇਬਸ ਜਿਹੜੇ ਉਹ ਡਿਫਰੈਂਟ ਹੁੰਦੇ ਨੇ। ਉਹਨਾਂ ਦਾ ਮੀਡੀਅਮ ਪੰਜਾਬੀ ਵੀ ਹੋ ਸਕਦਾ, ਸਾਡੇ ਓਨਲੀ ਇੰਗਲਿਸ਼ ਮੀਡੀਅਮ ਹੈ, ਤੇ ਉਹ ਰੀਜ਼ਨ ਰਹਿ ਜਾਂਦਾ ਵੀ ਅਸੀਂ ਫਿਰ ਇਹਨਾਂ ਨਾਲ ਤਾਂ ਨਹੀਂ ਕੰਪੀਟ ਕਰ ਸਕਦੇ। ਸਾਡਾ ਜਿਹੜਾ ਉਹ ਸੈਪਰੇਟ ਹੀ ਰਹਿੰਦਾ ਹੈ। ਜੀ ਜੀ। ਤੁਹਾਡੇ ਟੀਚਰ ਨਾਲ ਵੀ ਗੱਲ ਕਰੀਏ। थैंक यू जी, थैंक यू मैम। नमस्कार मैम। नमस्कार सर। क्या हाल है आपका? ठीक है, फाइन। क्या नाम है आपका? माय नेम इज़ गुरमिंदर। गुरमिंदर को। हाँ जी। कब से यहाँ पे हो? फॉर द पास्ट
24 years. 24 इयर्स हो गए? हाँ जी. ओके, झेल रहे हैं आपको? नहीं, he is very nice. इट्स वेरी नाइस. हाँ, he is very nice and I have never seen a person like him. ओके, कभी कोई दिक्कत आई यहाँ पे पढ़ाते समय? दिक्कतें आती हैं, बट वी कम टू हिम, वी कम टू आवर प्रिंसिपल सर, ही गाइड्स अस, वी सॉल्व. ओके, कभी कोई दिक्कत नहीं आई ना? हाँ, ऐसे नहीं. ओके, आप जैसे कि अभी प्रॉब्लम चल रही है, जैसे कि कोई भी बच्चा है +2 करता है, आइल्स करके बाहर निकल जाता है ना, फॉरेन कंट्री में निकल जाता है. आपको क्या लगता है कि आने वाला समय कैसा होगा? आने वाले समय में भी आई फील द स्टूडेंट्स वुड लाइक टू गो अब्रॉड. इवन माई बोथ किड्स, दे आर अब्रॉड. व्हेन दे कम हियर दे डोंट लाइक, उनको बिल्कुल पसंद ही नहीं आता इंडिया. हाँ, वो रहना चाहते हैं, जी. बट दे उनको साधन चाहिए. उनको जैसा वहाँ पे है ना, वैसे उनको मीन्स चाहिए. वो मीन्स उनको मिल नहीं पाते. अगर गवर्नमेंट कुछ करेगी, कुछ बच्चों के बारे में सोचेगी, डेफिनेटली बच्चे यहाँ पे आने की कोशिश करेंगे. बट मुझे लगता है कि यहाँ से पलायन ही होगा. द स्टूडेंट्स विल डेफिनेटली लीव इंडिया. ओके, ओके मैम. अच्छा मैम, इसके अलावा अगर हम बात करें कि बहुत सारे यूथ है हमारा जो नशे के तरफ बहुत जा रहा है, तो आपको क्या लगता है उसका मेन कारण क्या है? बेरोजगारी है या फिर मतलब कि उनकी सोसाइटी? बेरोज़गारी भी है, सोसाइटी भी है, एंड इट इज़ पीयर प्रेशर ऑल्सो. पीयर का प्रेशर बहुत काम करता है यहाँ पे. हमारे फ्रेंड्स कैसा है, हमारे साथ कैसे हैं. इवन पेरेंट्स, रोल ऑफ पेरेंट्स इज़ ऑल्सो देयर. अ ग्रेट रोल ऑफ पेरेंट मैटर्स देयर. जी. हाउ वी ब्रॉट अप द चाइल्ड, हम बच्चे को कैसे बड़ा करते हैं, उसके अंदर हम कैसे एटिक्वेट्स या मैनरिज्म्स डालते हैं. जी मैम. जी, इट डिपेंड्स ऑल ऑफ द होल एनवायरनमेंट वर्क्स देयर. जी मैम. जी. हाँ जी. ओके. अच्छा मैम, अगर हम बात करें हमारे सोसाइटी की, बहुत सारी सोसाइटी ऐसी है कि जो गवर्नमेंट स्कूल से ज़्यादा प्राइवेट स्कूल से ज़्यादा झुकाव है. एक्सपेक्टेशंस ज़्यादा रखते हैं. इसकी आपको वजह क्या लगती है? इसकी वजह यही है कि नो डाउट, एज सर ने बताया कि द स्टाफ इज़ क्वालिफाइड, दे आर मोर क्वालिफाइड मे बी, दे मे हैव मोर डिग्रीज ऑल्सो, बट द टीचर्स हेयर दे गेट फुल अपॉर्चुनिटी टू टीच इन द क्लासेस. जी. वैसे डिग्री तो मैम उनके पास भी होती है, तो आपको क्या लगता है कि दे आर नॉट, उनके पास काम करने के लिए उनको वर्क आवर्स कम मिलते हैं. जी. उनको दूसरे काम करने में गवर्नमेंट का रुझाव थोड़ा उधर होता है, तो उनका भी थोड़ा सा रुझाव उधर हो जाता है, तो क्लास में टाइम कम दे पाते हैं. और हमारे पास समय ही समय है. हमने घर से तैयार करके आना और वो लेसन अपने डिलीवर करना. एक बात और भी होती है ना उनमें कि उनके कभी टीचर पूरे ही नहीं होते हैं. हाँ, ये पूरे भी नहीं होते, ये भी बात है. और हमें मौका मिलता, हम उस मौके को छोड़ते नहीं हैं. हाँ जी. हाँ, गवर्नमेंट की पॉलिसीज़ पे डिपेंड करता है क्या हो सकता है ना. जैसे कि उन्होंने बहुत सारे दावे किए हुए हैं कि जैसे कि हम स्कूल में अब बच्चों को ये दे रहे हैं, वो दे रहे हैं, खाना दे रहे हैं, फिर उसके बाद मेडिकल सहूलत दे रहे हैं, उसके बाद फिर कुछ स्कूल ऐसे भी हैं कि वो वैन्स वगैरह प्रोवाइड कर रहे हैं. जैसे कि झारखंड यहाँ पे ठीक है ना, कि काफ़ी अच्छा कर रहे हैं कि उनके पास अच्छे बच्चे हैं, हाई क्वालिटीज़ के भी हैं, पर कुछ स्कूल ऐसे हैं कि वहाँ पे जाना भी नहीं चाहते लोग. ऐसा है कि जो अच्छे अच्छे सिटीज़ हैं, जैसे स्मार्ट स्कूल्स हैं, वहाँ पे बच्चे नो डाउट जाते हैं. लेकिन जैसे विलेजेस है ना, वहाँ पे बच्चे, जो पेरेंट्स हैं, वो चाहते कि हमारा बच्चा प्राइवेट स्कूल में ही जाए. उसके कारण गवर्नमेंट की तरफ रुझान कम होता है. और जैसे दूसरी पलायन, जैसे हम दूसरी कंट्रीज़ में जा रहे हैं हमारे बच्चे, तो जैसे दूसरे हमारे जो दूसरे स्टेट्स हैं वो पलायन करके यहाँ आए हैं, उनके बच्चे एजुकेशन ले रहे हैं. जी. हाँ जी. बहुत बढ़िया आपने एक्सप्लेनेशन किया है इसके बारे में. अप्रिशिएट यू. थैंक यू सर. ओके मैम. अच्छा मैम, आपको क्या लगता है कि आने वाले समय में कि हमारा जो यूथ है कि यहाँ पे टिक कर काम कर पाएगा? क्योंकि हम घर बनाने में भी 35-40 लाख लगाते हैं, फिर बाहर जाने में 30-35 लाख लगा देते हैं, कि जो पैसा हम बाहर जाने में लगाते हैं, अगर हम यहाँ पे वो पैसा लगाकर अपना बिजनेस स्टार्ट करें कि हम उतना नहीं कमा सकते जितना हम बाहर जाके कमा सकते हैं. आपका क्या? मेरी राय ये है कि मेहनत बहुत ज़रूरी है, एक स्किल बहुत ज़रूरी है. अगर स्कूल्स एफर्ट्स करें, जैसे न्यू एजुकेशन पॉलिसी हमारी जो अभी है, मोदी जी ने दिया हुआ है, तो अगर उसके हिसाब से स्कूल्स स्किल लेंगे तो बच्चे भी उस स्किल को लेंगे. अगर वो
बच्चों के मन में डाल दें कि हाथ से काम करना या कोई भी काम बुरा नहीं होता, तो डेफिनेटली बच्चे इसको पॉजिटिविटी में लेंगे और हमारा जो पंजाब है उभर के भी आ सकता है। जी मैम। बच्चे बाहर नहीं जाएंगे और एक मेहनत का एलिमेंट भरना बहुत ज़रूरी है। जी मैम, जी बिल्कुल। अच्छा मैम, एक और भी बात मैंने नोट करी है कि जैसे कि चाहे वो प्राइवेट स्कूल का बच्चा हो चाहे गवर्नमेंट स्कूल का बच्चा हो, ज़्यादा हिंदी में ही बात करना प्रेफरेंस करता है। आपको क्या लगता है कि स्कूल जो गवर्नमेंट स्कूल होता है वो बहुत ज़्यादा पंजाबी में करता है ना? सर देखो, हमारी राष्ट्रभाषा हिंदी है और पंजाबी है। माँ बोली ज़रूर पंजाबी है, पर हिंदी हमारी राष्ट्रभाषा है। अगर हम राष्ट्र का सत्कार करेंगे, ठीक है ना सर, तो अपने आप माँ बोली का सत्कार होता जाएगा। मेरा मानना ये है सर। कुछ गांव वाले ऐसे लोग भी हैं, जैसे हाँ जी। कोई हिंदी बोले तो उसको बिहारी बोलने लगते हाँ, नहीं नहीं, ये मैं मानती हूँ, पर ये उनकी सोच है और इस सोच को हटाना चाहिए। हम हिंदुस्तानी पहले हैं। जी। उनके बारे में आप क्या हाँ कहना जी। चाहते हैं? उनको आप कैसे अवेयर करते हो? हम जैसे कई बार होता है तो मैं तो बोलती हूँ तो कि लैंग्वेजेस हैं। अब हमारे पंजाब में पंजाबी है, दूसरे स्टेट में दूसरी है, लेकिन हिंदी है वो सबको जोड़ सकती है। हिंदी और इंग्लिश के लिए भी बोलते हैं कई बार। तो हिंदी ऐसा है कि वो हर एक मोती को एक मोती बांध देती है एक माला में। जी। ऐसी भाषा है हमारी हिंदी और इतनी अच्छी भाषा है, मीठी भाषा है। अब बात करते हैं हम बच्चों की थोड़ी सी, है ना? हाँ कि जी। क्या बेस लगता है आपको बच्चों का इस वक्त? बच्चे जैसे लॉकडाउन हुआ था तो बच्चे वीक हो गए थे। कुछ पेरेंट्स भी ध्यान देते थे, कई बार नहीं देते थे। बच्चों ने पढ़ना थोड़ा सा छोड़ दिया था। अब धीरे 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 हम उन बच्चों को थोड़ा सा कर रहे हैं, अवेयर कर रहे हैं, उनको बता रहे हैं, मीडियम डिफरेंट यूज़ कर रहे हैं। जी, पूरे 2 साल हो गए आज हाँ जी। स्कूल खुले हुए। हाँ जी। 1.5 साल बंद भी रहा है। हाँ जी, हाँ जी। तो आपको क्या लगता है उन 1.5 साल में ये 2 साल कवर कर पाएगा? है तो मुश्किल है। हमें एज ए प्राइवेट स्कूल में हमें एफ़र्ट्स बहुत करने पड़ते हैं। हम इसको करना चाहेंगे, हम इस गैप को पूरा करना चाहेंगे, कोशिश कर रहे हैं। हमने काफ़ी कवर किया है। हमारे स्कूल में सर हमें गाइड करते हैं। हमें CBSE से भी काफ़ी हमारे सेमिनार्स लगते हैं। हम उसको ट्राई कर रहे हैं और मे भी हमारा स्कूल कवर करेगा सर। ओके। 24 ईयर्स हो गए आपको? हाँ जी सर। तो सर को आज 17 साल हो गए। तो क्या लगता है आपको, जो इससे पहले जो टीचर थे, प्रिंसिपल सर थे, वो कैसे थे? प्रिंसिपल मैम जो थे बहुत, उनके भी ऑलराउंडर थे। वो कनाडा में है वो अभी। ओके। शी हैज़ बीन ऑलराउंडर। उनकी भी पॉलिसीज़ अच्छी थी। ओके। जितना टेन्योर उनका रहा उन्होंने भी बहुत अच्छा काम किया। सर के आने पे सर ने थोड़ा उसको और, जैसे कहते हैं ना, एक और ज़्यादा जिसको एक चुनौती लेके किया, चुनौती को स्वीकार करते हुए सर ने उसको आगे बढ़ाया है। एनिमेशन को जान भर दिया। हाँ, ज़्यादा भर दिया और बट स्ट्रेंथ हमारे स्कूल की बढ़ी है। जी बिल्कुल। थैंक यू मैम। अब एक और मैम हमारे साथ जुड़े हैं। थैंक यू सर, थैंक यू। नमस्कार मैम, नमस्कार जी। क्या हाल है? ठीक है सर। क्या नाम है आपका? नंदिनी जोशी। नंदिनी जोशी जी, आप कौन सी क्लास के टीचर वैसे? मैं इंचार्ज तो नहीं हूँ, बट मैं 10th तक हिंदी पढ़ाती हूँ। हाँ जी। ओके ओके। सबसे वैसे नॉर्मल सब्जेक्ट आपको कौन सा लगता है? सर मैं तो हिंदी टीच करती हूँ, तो मेरे लिए तो हिंदी है। हिंदी सबसे बेस्ट है। बिल्कुल। वैसे आप कहाँ से हो? मैं यही भोगपुर से ही हूँ। हाँ जी। भोगपुर से ही हूँ, भोपाल लोकल। से हो। ओके। अच्छा मैम जी, अगर बात करें तो आपको कितना टाइम हो गया यहाँ पे? सर मैं 98 से यहाँ हूँ, तो 25 ईयर्स होने वाले हैं, अभी सितंबर में हो जाएंगे। ओके। मतलब गोल्डन जुबली हो गई आपकी। सिल्वर तो हो ही जाएगी। सिल्वर सिल्वर होगी, है ना? सिल्वर तो हो ही गोल्डन जाएगी। निकल गई है ना? ओके, सिल्वर होगी। तो कैसा आपका सफ़र रहा है यहाँ पे? सफ़र बहुत अच्छा रहा है जी। तो यहाँ आके बहुत कुछ हमने सीखा भी है। बहुत से अनुभव हुए हैं हमारे, बड़े अच्छे एक्सपीरियंसेस हैं। एक टीचर से मेरी काफ़ी टाइम पहले बात हुई थी, तो वो कहते हमने सिखाया भी है, सीखा कम है सिखाया ज़्यादा है। आपका क्या? नहीं, मैंने सीखा भी बहुत है और बच्चों को सिखाया भी बहुत। अब बच्चों को सिखाया है, बच्चे। ये बात बढ़िया बोली आपने। अच्छा मैम, अगर बात करें तो आज का जो समय चल रहा है कि काफ़ी लोग जो हैं फॉरेन कंट्रीज़ को ज़्यादा प्रेफरेंस कर रहे हैं और पंजाब में रहने की हाँ बिल्कुल जी। भी इच्छा नहीं है उनकी। तो उनके बारे में आप क्या कहना चाहते हैं? क्यों, इसकी वजह क्या लगती है आपको? सर वजह एक तो जहाँ पे बच्चों को मतलब कि जो भी पढ़ लिख के उनको मिलता कुछ नहीं है, जॉब्स नहीं मिलती। पढ़ने के बाद
दूसरा एक दूसरे के पीछे, जैसे वो चला गया तो मैं भी जाऊंगा, ये भी ट्रेंडी हो गया है। जैसे कि एक ने साड़ी ली, दूसरी बोले मैं भी हाँ, बस ट्रेंडी हो गया देखा-देखी काम हो रहा है यहाँ पे। देखा देखी भी हो रहा है, बट बच्चों को यहाँ से पढ़ने के बाद ना उनको मतलब अपॉर्चुनिटीज़ नहीं मिल रही, जी मैम, मौके नहीं मिल रहे, बिल्कुल मैम, बिल्कुल जॉब्स नहीं मिल रही। 110% राइट। हाँ जी। जी, यहाँ के टीचर्स का अब जो न्यू ज्वाइन हुए हैं जो 5-7 साल से, वो जेलस भी करते होंगे कुछ लोग? नहीं, टीचर्स सारे बड़े अच्छे हैं, जेलस तो ऐसा था कुछ नहीं है। बहुत हाँ, स्कूलों में मैंने देखा कि पॉलिटिक्स बहुत चलती है कि हाँ भी ये नहीं, टीचर्स हमारे यहाँ ऐसे नहीं है, वो तो अच्छे हैं, अगर कुछ सीखना है तो वो खुद पूछते हैं आके, अगर कोई नया एक्सपीरियंस नहीं है उनको, तो ऐसा नहीं है, हम गाइड भी करते हैं उन्हें। अगर ऐसा वक्त आ जाए तो सर फिर कैसे डील करते हैं आप, खुद कैसे डील करते हैं कि शिकायतें लगनी शुरू हो जाती हैं या फिर मतलब खुद ही सॉल्व आउट कर देते हैं? नहीं, ऐसा कुछ अभी तक आया तो नहीं, अगर कुछ हो भी तो पहले तो हम खुद ही कोशिश करेंगे समझने समझाने की, सर तक बात ना ही पहुँचे, अगर पहुँचती भी है तो सर बड़े अच्छे तरीके से समझा देंगे। ओके, अच्छा आज के समय में ना आपको पता है कि हर कोई पॉलिटिक्स में जाना चाहता है, प्रेफरेंस तो करता है लेकिन उसमें कामयाब नहीं हो पाता, तो आपको क्या लगता है कि क्या वजह लगती है कि उनको आगे कुछ दिखता नहीं है, छोड़ देते हैं बीच में, या फिर मतलब कि बाद में उसको हवाई जहाज दिखता है कि फॉरेन कंट्री जाने के लिए, इसलिए? पॉलिटिक्स में भी रुझान है, बच्चों को स्कूल टाइम से ही हो जाता है ना, लीडरशिप क्वालिटी या कुछ ऐसी क्वालिटीज़ बच्चों में स्कूल टाइमिंग में ही आ जाती हैं ये तो। बट वैसे कभी स्कूलों में इलेक्शन नहीं हुए ना कभी आज तक? नहीं, अगर वैसे हो तो काफ़ी कुछ सीखने को मिल सकता है। हाँ जी, इस साइड पे अगर सीखना हो तो फिर ये हो सकता है, जैसे यूनिवर्सिटी कॉलेजेस में होते हैं इलेक्शन वहाँ पे, तो स्कूल में ऐसा तो कुछ नहीं है अभी। ओके, वैसे आपका सुझाव क्या है इसके बारे में? नहीं, मेरे ख्याल से स्टूडेंट्स को तो पॉलिटिक्स में पढ़ना नहीं चाहिए, बिल्कुल नहीं, पहले पढ़ाई ज़रूरी है उनके लिए, पॉलिटिक्स तो बाद की बातें हैं, जिन्होंने नहीं पढ़ना है। कहते हैं जनरल नॉलेज जो होती है ना हमारे पॉलिटिक्स से निकलती है। पॉलिटिक्स में तो कुछ भी फिर बना लो, जनरल नॉलेज ये सारी आई थिंक सो। नहीं, आपका क्या मानना है इसके बारे में? नहीं, जनरल नॉलेज तो पॉलिटिक्स में तो वही बातें हैं ना, जितनी बना लो वो फिर जनरल नॉलेज ही है बस। कहते हैं हम अगर 4 लोगों के बीच में बैठे हैं, वो बातें करेंगे तभी तो हमें पता चलेगा कि हम पीछे क्या था, हाँ, 4 अब क्या है। बिल्कुल, वो तो 4 जने कहीं भी बैठे हैं। अगर मैं पॉलिटिक्स को इंटरेस्ट नहीं देता हूँ तो मैं किसी के 4 लोगों के छोड़ मैं 2 लोगों के बीच में बैठना पसंद नहीं करूँगा। बिल्कुल बिल्कुल। अगर इंटरेस्ट होगा वो इंटरेस्ट आपको देना पड़ता है या फिर जो बच्चे का खुद रुझान होना चाहिए? नहीं सर, जब 4 जने कहीं भी बैठे हैं, जब बातें ही कर रहे हैं तो एक पॉइंट को भी बात लेके शुरू हो जाओ तो कहाँ की कहाँ पहुँच जाती है। जी। हर एक की अपनी अपनी राय है ना, फिर 1 से 4 तो हो ही जाएंगी वो। जी 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 मैम। तो ये तो हो गए। ओके, आपको यहाँ पे 25 साल हो गए, 25 साल से आपने क्या ऑब्जर्व की है यहाँ पे बाकी स्कूलों को लेकर? सर, हमारा स्कूल सबसे बेस्ट है, यहाँ की फ़ीस बाकी स्कूलों से बहुत कम है, टीचर्स हार्ड वर्कर हैं। अब जैसा हमारे स्कूल में स्टडी होती है, मेरे ख्याल से मैंने जितने भी अपने लोकल स्कूल देखे होंगे वहाँ ऐसा नहीं है। कोई भी पूछते हैं तो यही वो भी मैम ऐसे कहते होंगे ना जब हम वहाँ पे जाएंगे। नहीं कहते हैं, वो मानते भी हैं हाँ कि भाई डल्ले स्कूल में ये है कि टीचर्स हार्ड वर्कर है, जितनी यहाँ पे स्टडी मतलब होती है, रिवीजन होती है हमारे पेपरों के लिए, जो भी है एक्टिविटीज़ हैं, को करिकुलर एक्टिविटीज़ हैं, सब कुछ है, तभी बच्चा। सरपंच पंच लंबड़दार साहब अगर कोई आती है, कोई अपने फंक्शन आता है, एनुअल फंक्शन होता है, क्या वो यहाँ पे आके विजिट करते हैं इस वक्त या फिर बुलाते ही नहीं है? नहीं, उनको इनविटेशन दिया जाता है। आए ना आए वो उनकी मर्जी। हाँ जी, इनविटेशन दिया जाता है, आते भी हैं। ओके, ठीक है, धन्यवाद। ओके सर, थैंक यू। सर इसके बारे में आपका क्या ख्याल है कि जब आप कोई फंक्शन वगैरह करवाते हो तो वो आके विजिट करते हैं यहाँ पे? हाँ जी, हाँ, हमारे साढ़े स्कूल ਜਿਹੜੇ ਨੇ ਨਾ ਬੱਚੇ ਕੋਈ ਲਗਭਗ 100 ਪਿੰਡਾਂ ਤੋਂ ਆਉਂਦੇ ਨੇ ਤੇ ਜਿਹੜੇ ਵੀ ਸਾਡੇ ਕੰਸਰਨ ਸਰਪੰਚਸ ਨੇ ਪਿੰਡਾਂ ਦੇ, ਅਸੀਂ ਉਹਨਾਂ ਨੂੰ ਇੱਕ ਜ਼ਰੂਰ ਇਨਵੀਟੇਸ਼ਨ ਲੈਟਰ ਭੇਜਦੇ ਹਾਂ। ਉਹ ਸਾਰੇ ਤਾਂ ਨਹੀਂ ਆ ਪਾਉਂਦੇ ਪਰ 20-25% ਉਹਦੇ ਵਿੱਚੋਂ ਆ ਜਾਂਦੇ ਨੇ ਜਿਨ੍ਹਾਂ ਦੇ ਬੱਚੇ ਵੀ ਪੜ੍ਹਦੇ ਹੁੰਦੇ ਨੇ ਉਹ ਵੀ ਆਉਂਦੇ ਨੇ ਤੇ ਇੱਦਾਂ ਡੋਨੇਟ ਕਰਦੇ ਆ ਜਾਂ ਆਪਣੇ ਸਕੂਲ ਵਾਸਤੇ ਕਿ ਹਾਂ ਤੁਸੀਂ ਬਹੁਤ ਵਧੀਆ ਕੰਮ ਕਰਦੇ ਪਏ ਆ? ਡੋਨੇਸ਼ਨ ਵਾਲਾ ਜਿਹੜਾ ਉਹ ਬਹੁਤਾ ਫੰਡਾ ਇੱਥੇ ਨਹੀਂ ਹੁੰਦਾ। ਕੁਛ ਬੱਚੇ ਨੇ, ਕੁਛ ਪੇਰੈਂਟਸ ਕਰਦੇ ਨੇ, ਕੁਛ ਆਉਂਦੇ ਨੇ, ਜਿੱਦਾਂ ਕਿਸੇ ਨੇ ਕੋਈ 5000 ਦੇ ਦਿੱਤਾ। ਲਾ ਮਿਲਾ ਕੇ ਮੈਨੂੰ ਲੱਗਦਾ ਵੀ ਜੇ ਫੰਕਸ਼ਨ ਕਰੀਏ
ਤੇ 50,000 ਰੁਪਏ ਦੀ ਡੋਨੇਸ਼ਨ ਜਿਹੜੀ ਹੈ ਉਹ ਆ ਜਾਂਦੀ ਹੈ। ਬਹੁਤ ਸਾਰੇ ਸਕੂਲਾਂ ਵਿੱਚ ਸੁਣਨ ਨੂੰ ਮਿਲਦਾ ਹੁੰਦਾ ਕਿ ਕਹਿੰਦੇ ਕਿ ਜਿਹੜੇ ਸਕੂਲ ਜਿਹੜੇ ਹੁੰਦੇ ਆ ਇਹ ਲੀਡਰਾਂ ਦੇ ਨਾਲ ਹੀ ਚੱਲਦੇ ਆ, ਉਹ ਆਉਂਦੇ ਆ ਡੋਨੇਸ਼ਨ ਦੇ ਕੇ ਜਾਂਦੇ ਆ, ਫਿਰ ਬਾਅਦ 'ਚ ਉਹਨਾਂ ਨੇ ਹੋਰ ਵੋਟਾਂ ਵੀ ਲੈਣੀਆਂ ਹੁੰਦੀਆਂ ਪੇਰੈਂਟਸ ਨੂੰ ਕਹਿ ਕੇ। ਤੁਹਾਡਾ ਕੀ ਖਿਆਲ ਆ? ਨਹੀਂ ਐਦਾਂ Political- ਨਹੀਂ, ਪੋਲੀਟੀਕਲ ਸਾਡੇ ਤੋਂ ਇੱਕੋ ਹੀ ਅਸੀਂ ਬੁਲਾਏ ਸੀ ਜੀ, ਇੱਕ ਦੋ ਕੁ ਵਾਰੀ ਸ਼ਾਇਦ ਪਵਨ ਕੁਮਾਰ ਜੀ ਟੀਨੂ ਜਦੋਂ ਸੀ, ਓਕੇ ਓਕੇ। ਤੇ ਇੱਦਾਂ ਤਾਂ ਨਹੀਂ ਕੁਝ ਵੀ ਉਹ ਦੇ ਕੇ ਗਏ, ਕਦੀ ਅਨਾਉਂਸ ਵੀ ਨਹੀਂ ਕੀਤਾ ਉਹਨਾਂ ਨੇ। ਹਾਂ 1 ਲੱਖ ਰੁਪਏ ਦੀ ਗ੍ਰਾਂਟ ਸਿਰਫ ਸਾਨੂੰ ਜਿਮ ਦੇ ਲਈ ਦੇ ਗਏ ਸੀ, ਤੇ ਉਹ ਅਸੀਂ ਉਹਦੇ ਜਿਹੜੇ ਵੀ ਕੋਈ ਹੈ ਇੰਸਟਰੂਮੈਂਟਸ ਵਗੈਰਾ ਅਸੀਂ ਪਰਚੇਜ਼ ਕੀਤੇ ਸੀ। ਬਾਕੀ ਉਹਨਾਂ ਦਾ ਯੋਗਦਾਨ ਸੀ ਸਾਡੇ ਸਕੂਲ ਨੂੰ, ਸੜਕ ਜਿਹੜੀ ਆ ਉਹਨਾਂ ਨੇ ਪਹਿਲਾਂ ਕੱਚਾ ਰਸਤਾ ਸੀ, ਉਹਦੇ ਲਈ ਉਹਨਾਂ ਨੇ ਸਾਨੂੰ ਯੋਗਦਾਨ ਜ਼ਰੂਰ ਦਿੱਤਾ ਸੀ। ਤੇ ਬਾਕੀ ਪੈਸਿਆਂ ਪ੍ਰਤੀ ਨਹੀਂ ਕਦੀ, ਕਿਉਂਕਿ ਉਹ ਗੌਰਮੈਂਟ ਜਿਹੜੀ ਆ ਉਹ ਆਪਣੇ ਸਕੂਲਾਂ ਨੂੰ ਹੀ ਪੈਸੇ ਦਿੰਦੀ ਹੈ। ਬਿਲਕੁਲ ਬਿਲਕੁਲ। ਸਾਡੇ CBSE ਸਕੂਲਾਂ ਨੂੰ ਇਹੋ ਜਿਹੀ ਕੋਈ ਹੈਲਪ ਦੀ ਉਹ ਨਹੀਂ ਸੋਚਦੇ, ਨਾ ਹੀ ਕਰਦੇ ਨੇ, ਭਾਵੇਂ ਕਿ ਅਸੀਂ ਬਹੁਤ ਜ਼ਿਆਦਾ ਪੱਧਰ 'ਤੇ ਬਹੁਤ ਫ੍ਰੀ ਐਜੂਕੇਸ਼ਨ ਵੀ ਦਿੰਦੇ ਆ, ਹਾਂਜੀ। ਪਰ ਇਹੋ ਜਿਹਾ ਕੋਈ ਹੈ ਨਹੀਂ ਹੈ ਗवर्नमेंट वालों। ओके। लास्ट में कैसे थैंक यू करना चाहते हैं आप सबका? धन्यवाद जी, थैंक यू, थैंक्स ए लॉट फॉर कमिंग हियर, थैंक यू। थैंक यू।